बिस्मिल्लाहिर्रहमानिर्रहीम वेलकम करदा जी ਤੁਹਾਨੂੰ ਆਪਣੇ YouTube ਚੈਨਲ ਕਾਸ਼ੀ ਮੋਬਾਈਲ ਤੇ। ਮੁਲਕ ਜੰਗੀ ਹਾਲਾਤ ਹੋਏ ਇਹਨਾਂ ਤੇ ਤੁਹਾਨੂੰ ਆਸਾਨ ਕਾਰੋਬਾਰ ਕਾਰਡ ਦੀ ਫਿਕਰ ਲੱਗੀ ਹੈ, ਤੁਸੀਂ ਵੀਡੀਓ ਵੇਖਣ ਆ ਗਏ ਹੋ। ਉਹ ਵੀ ਤੁਹਾਨੂੰ ਦੱਸਦਾ, ਲੇਕਿਨ ਪਹਿਲਾਂ ਤੁਹਾਨੂੰ ਆਪਣੀ 에ਅਰ ਫੋਰਸ ਦੀ ਕਰਤੂਤਾ ਦੱਸ ਦਈਏ ਕਿ ਇੰਡੀਆ ਦੇ ਵਿੱਚ ਜਾ ਕੇ ਇੱਦਾਂ ਨਾ ਝੂਮਰ ਬੰਦ ਰਹਿਣਾ ਕਿ ਇੰਡੀਅਨ ਆਵਾਮ ਵੇਖਦੀ ਰਹਿ ਗਈ ਹੈ। ਭਲਾ ਤੁਸੀਂ ਜਾਓ ਜਾ ਕੇ 2-4 ਬੰਬ ਸੁੱਟੋ ਤੇ ਵਾਪਸ ਆ ਜਾਓ, ਉੱਥੇ ਝੂਮਰ ਬੰਦ ਦਾ ਕੀ ਤੁੱਕਾ। ਵੈਸੇ ਕਮਾਲ ਕਰਦਾ ਸਾਡੀ 에ਅਰ ਫੋਰਸ ਨੇ, ਉੱਥੇ ਜਾ ਕੇ ਇੱਦਾਂ ਦੇ ਸਟਾਈਲ ਮਾਰੇ ਨੇ ਕਿ ਇੰਡੀਆ ਦੀ ਕੁੜੀਆਂ ਵੇਖਦੀਆਂ ਰਹਿ ਗਈਆਂ। ਜੇ ਜ਼ਿਆਦਾ ਦੇ ਇੱਦਾਂ ਦੇ ਸਟਾਈਲ ਮਾਰਨ ਦੇ ਮੁੰਡੇ ਤੇ ਉਹ ਉੱਥੇ ਜਾ ਕੇ ਹਕੀਕਤ 'ਚ ਕਿੱਦਾਂ ਦੇ ਸਟਾਈਲ ਮਾਰਦੇ ਹੋਣਗੇ। ਸਾਡੀ 에ਅਰ ਫੋਰਸ ਨੇ ਉੱਥੇ ਜਾ ਕੇ ਮੋਦੀ ਦਾ ਮੂਤਰ ਵਿਸਰਜਨ ਜਿਹੜਾ ਕੀਤਾ ਹੈ ਨਾ, ਉਹਦੇ ਨਾਲ ਉਹਨਾਂ ਦਾ ਜਿਹੜਾ ਆਪਰੇਸ਼ਨ ਸੰਦੂਰ ਸੀ ਨਾ, ਉਹ ਉੱਥੇ ਕਾਕੇ ਕਾਲੇ ਦਾ ਤੰਦੂਰ ਬਣ ਗਈ। ਬਿਲਕੁਲ ਜਿਵੇਂ ਸਾਡੀ 에ਅਰ ਫੋਰਸ ਨੇ ਮੋਦੀ ਦੇ ਨਾਲ ਜਾ ਕੇ ਜ਼ਿਆਦਤੀ ਕੀਤੀ ਹੈ, ਉਵੇਂ ਪੰਜਾਬ ਹਕੂਮਤ ਤੇ ਪੰਜਾਬ ਬੈਂਕ ਸਾਡੇ ਨਾਲ ਲੱਗਾ ਹੋਇਆ ਜ਼ਿਆਦਤੀ ਕਰਨ। ਤੇ ਚੱਲੋ ਹੁਣ 에ਅਰ ਫੋਰਸ ਜਹਾਜ਼ ਉਡਾਉਣ ਲੱਗੀ ਹੈ ਤੇ ਪੰਜਾਬ ਬੈਂਕ ਤੇ ਪੰਜਾਬ ਹਕੂਮਤ ਸਾਨੂੰ ਜਹਾਜ਼ ਬਣਾਉਣ ਤੇ ਲੱਗੀ ਹੋਈ ਹੈ। ਜਿਨ੍ਹਾਂ ਲੋਕਾਂ ਨੇ ਫਾਈਨਾਂਸ ਲਈ ਅਪਲਾਈ ਕੀਤਾ ਸੀ ਤੇ ਉਹਨਾਂ ਦੇ ਸੱਤੇ ਟਿਕ ਆ ਗਏ ਸੀ, ਲੇਕਿਨ ਉਹ ਜਦੋਂ ਬੈਂਕ ਨੂੰ ਕਾਲ ਕਰਕੇ ਪੁੱਛਦੇ ਨੇ ਤੇ ਉਹ ਬੈਂਕ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਰਿਜੈਕਟ ਹੋ ਚੁੱਕੇ ਹੋ। ਉਹ ਇੱਕ ਵਾਰੀ ਦੁਬਾਰਾ ਆਪਣੀ ਐਪਲੀਕੇਸ਼ਨ ਖੋਲ੍ਹ ਕੇ ਵੇਖਣਗੇ ਕਿਤੇ ਉਹਨਾਂ ਦਾ ਕੋਈ ਕ੍ਰਾਸ ਤੇ ਨਹੀਂ ਆ ਚੁੱਕਿਆ। ਅਗਰ ਨਹੀਂ ਆਇਆ ਤਾਂ ਦੁਬਾਰਾ ਬੈਂਕ ਹੈਲਪਲਾਈਨ 'ਤੇ ਕਾਲ ਕਰਕੇ ਆਪਣੇ ਰਿਜੈਕਟ ਹੋਣ ਦੀ ਵਜ੍ਹਾ ਪੁੱਛਣ। ਅਗਰ ਉਹ ਉਹਨਾਂ ਨੂੰ ਕਹਿੰਦੇ ਬੈਂਕ ਕਰਪਟ ਆ ਜਾਂ ਕੋਈ ਵੀ ਵਜ੍ਹਾ ਦੱਸਦੇ ਨੇ, ਅਗਰ ਬੈਂਕ ਕਰਪਟ ਕਹਿੰਦੇ ਨੇ ਔਰ ਤੁਸੀਂ ਬੈਂਕ ਕਰਪਟ ਨਹੀਂ ਹੋ, ਯਾਨੀ ਕਿ ਤੁਸੀਂ ਕਦੀ ਕਿਸੇ ਕੋਲੋਂ ਲੋਨ ਨਹੀਂ ਲਿਆ ਹੈਗਾ, ਤੁਸੀਂ ਕਲੀਅਰ ਹੋ, ਤੇ ਫਿਰ ਤੁਸੀਂ ਬੇਫਿਕਰ ਹੋ ਜਾਓ। ਕੁਛ ਦਿਨਾਂ ਤੱਕ ਜਦੋਂ ਸਿਸਟਮ ਅਪਡੇਟ ਹੋਏਗਾ, ਫਾਈਨਾਂਸ ਦਾ ਅਤੇ ਆਸਾਨ ਕਾਰੋਬਾਰ ਕਾਰਡ ਦਾ ਸਿਸਟਮ ਅਪਡੇਟ ਹੋ ਰਿਹਾ, ਜਲਦੀ ਹੋ ਜਾਏਗਾ। ਜਿਸ ਟਾਈਮ ਉਹ ਅਪਡੇਟ ਹੋਏਗਾ ਤੁਹਾਡਾ ਉੱਥੇ ਬੈਂਕ ਦੇ ਕੋਲ ਰਿਕਾਰਡ ਅਪਡੇਟ ਹੋ ਜਾਏਗਾ। ਬੈਂਕ ਵਾਲੇ ਵੀ ਤੁਹਾਨੂੰ ਰਿਜੈਕਟ ਦੀ ਬਜਾਏ ਸਿਲੈਕਟ ਕਰਨ ਲੱਗ ਜਾਣਗੇ। ਲੇਕਿਨ ਜਿਹੜਾ ਵਾਕਈ ਹੀ ਬੈਂਕ ਕਰਪਟ ਹੈ, ਲੇਕਿਨ ਉਹਦੇ ਸੱਤੇ ਟਿਕ ਆ ਚੁੱਕੇ ਨੇ, ਉਹ ਤਕਰੀਬਨ ਆਪਣੀ ਕਹਾਣੀ ਖਤਮ ਸਮਝੇ ਕਿ ਜਿਵੇਂ ਹੀ ਸਟੇਟਸ ਅਪਡੇਟ ਹੋਏਗਾ ਉਹਦਾ ਜਿੱਥੇ ਟਿਕ ਆਇਆ ਹੋਇਆ ਉੱਥੇ ਕ੍ਰਾਸ ਆ ਜਾਏਗਾ। ਬੇਸ਼ੱਕ ਉਹਨੂੰ ਰੀਸਬਮਿਟ ਦੀ ਆਪਸ਼ਨ ਵੀ ਮਿਲੀ ਹੈ, ਰੀਸਬਮਿਟ ਕਰਕੇ ਵੀ ਉਹਨੂੰ ਕੋਈ ਫਾਇਦਾ ਨਹੀਂ ਹੈ, ਕਿਉਂਕਿ ਬੈਂਕ ਕਰਪਟ ਜਿਹੜਾ ਹੋ ਜਾਂਦਾ ਉਹ ਕਲੀਅਰ ਹੋਣ ਲੱਗਿਆ ਉਹਨੂੰ ਕਾਫੀ ਟਾਈਮ ਲੱਗਦਾ ਹੈ। ਸੇਮ ਇਹੀ ਸਿਸਟਮ ਆਸਾਨ ਕਾਰੋਬਾਰ ਕਾਰਡ ਲਈ ਵੀ ਹੈ। ਤੇ ਇੱਕ ਸਵਾਲ ਅੱਜ ਕੱਲ੍ਹ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਹੁਣ ਕਾਰਡ ਮਿਲੇਗਾ ਜਾਂ ਨਹੀਂ ਮਿਲੇਗਾ। ਤੇ ਗੌਰ ਨਾਲ ਇਹ ਗੱਲ ਸੁਣ ਲਓ ਕਿ ਕਾਰਡ ਹੁਣ ਮਿਲੇਗਾ, ਜ਼ਰੂਰ ਮਿਲੇਗਾ। ਕਾਰਡ ਬਣ ਵੀ ਰਹੇ ਨੇ, ਕਾਰਡ ਪ੍ਰਿੰਟ ਵੀ ਹੋ ਰਹੇ ਨੇ, ਤੁਹਾਡੇ ਬੈਕਅਪ ਤੁਹਾਡੀ ਐਪਲੀਕੇਸ਼ਨਾਂ ਦੇ ਬੈਕਅਪ ਦੇ ਕੰਮ ਹੀ ਹੋ ਰਿਹਾ, ਲੇਕਿਨ ਅਪਡੇਟ ਨਹੀਂ ਆ ਰਹੀ ਸੀ। ਕੁਝ ਲੋਕ ਬਾਰ-ਬਾਰ ਇਹ ਸਵਾਲ ਕਰਦੇ ਨੇ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡਾ ਕਾਰਡ ਬਣ ਗਿਆ ਹੈ। ਤੇ ਮੈਂ ਪਹਿਲੇ ਵੀ ਦੱਸ ਚੁੱਕਿਆ ਵਾਂ, ਤੁਹਾਨੂੰ TCS ਵਾਲੇ ਖੁਦ ਇਨਫਾਰਮ ਕਰ ਦੇਣਗੇ। ਤੁਹਾਡਾ ਕਾਰਡ ਜਦੋਂ ਆਏਗਾ ਤੁਹਾਨੂੰ TCS ਵਾਲੇ ਫੋਨ ਮੈਸੇਜ ਕੁਛ ਨਾ ਕੁਛ ਕਰਕੇ ਤੁਹਾਨੂੰ ਦੱਸਣਗੇ, ਤੁਹਾਡਾ ਤਾਂ ਕਾਰਡ ਪਹੁੰਚਾਉਣਗੇ। ਲੇਕਿਨ ਇਹ ਗੱਲ ਹੁਣ ਨੋਟ ਰੱਖ ਲਓ, ਹੁਣ ਕਾਰਡ ਉਹ ਨਹੀਂ ਮਿਲੇਗਾ ਜਿਹਦੀ ਵਿਜ਼ਿਬਿਲਿਟੀ ਰਿਪੋਰਟ ਔਰ ਜਿਹਦੀ ਕ੍ਰੈਡਿਟ ਹਿਸਟਰੀ ਬਿਲਕੁਲ ਕਲੀਅਰ ਹੋਏਗੀ, ਨੀਟ ਐਂਡ ਕਲੀਨ ਹੋਏਗੀ। ਜਿਹਦੇ 'ਚ 1% ਵੀ ਡਾਊਟ ਹੋਏਗਾ ਉਹਨੂੰ ਰਿਜੈਕਟ ਕਰਦੇ ਜਾ ਰਹੇ ਨੇ, ਨਹੀਂ ਉਹਨੂੰ ਰੱਖ ਰਹੇ। ਨੀਟ ਐਂਡ ਕਲੀਨ ਲੋਕਾਂ ਨੂੰ ਕਾਰਡ ਜ਼ਰੂਰ ਮਿਲੇਗਾ, ਅਗਰ ਉਹਨਾਂ ਦਾ ਕੋਈ ਵੀ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਵੀ ਕੋਈ ਮਿਸਟੇਕ ਨਾ ਕੀਤੀ ਹੋਏਗੀ। ਤੇ ਕੁਝ ਲੋਕ ਬਾਰ-ਬਾਰ ਇਹ ਸਵਾਲ ਕਰ ਰਹੇ ਨੇ ਕਿ ਅਪਡੇਟ ਕਿਉਂ ਨਹੀਂ ਆ ਰਹੀ, ਅਪਡੇਟ ਕਿਉਂ ਨਹੀਂ ਆ ਰਹੀ। ਮੈਂ ਤੀਸਰੀ ਚੌਥੀ ਵੀਡੀਓ ਦੱਸ ਰਿਹਾ ਵਾਂ ਕਿ ਅਪਡੇਟ ਹਜੇ ਨਹੀਂ ਆਉਣ ਦੀ ਉਮੀਦ। ਅਪਡੇਟ ਤਕਰੀਬਨ 15 ਤੋਂ 20 ਦਿਨ ਬਾਅਦ ਆਏਗੀ, ਲੇਕਿਨ ਹੁਣ ਦੇ ਥੋੜ੍ਹੇ ਦਿਨ ਰਹਿ ਗਏ ਨੇ ਤੇ ਤਕਰੀਬਨ ਸਮਝ ਲਓ ਹੁਣ 16-17 ਦਿਨ ਬਾਕੀ ਨੇ। 16-17 ਦਿਨਾਂ ਤੱਕ ਅਪਡੇਟ ਆ ਜਾਏਗੀ। ਲੇਕਿਨ ਅਪਡੇਟ ਨਾ ਆਉਣ ਦਾ ਮੁਰਾਦ ਇਹ ਨਹੀਂ ਹੈ ਕਿ ਤੁਹਾਡੀ ਐਪਲੀਕੇਸ਼ਨਾਂ ਦੇ ਵਰਕ ਨਹੀਂ ਹੋ ਰਿਹਾ। ਐਪਲੀਕੇਸ਼ਨਾਂ ਦੇ ਵਰਕ ਸਲੋ ਜ਼ਰੂਰ ਹੋਇਆ, ਲੇਕਿਨ ਵਰਕ ਹੋ ਰਿਹਾ। ਅਸਲ ਸਲੋ ਹੋਣ ਦੀ ਵਜ੍ਹਾ ਵੀ ਇਹ ਵਾ ਕਿ ਫਾਈਨਾਂਸ ਵਾਲੀ ਬਹੁਤ ਜ਼ਿਆਦਾ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੋਈਆਂ ਸੀ। ਉਹਨਾਂ ਨੇ ਫਾਈਨਾਂਸ ਨੂੰ ਕਲੀਅਰ ਕਰਨ ਲਈ ਆਸਾਨ ਕਾਰੋਬਾਰ ਕਾਰਡ ਦੀ ਐਪਲੀਕੇਸ਼ਨਾਂ ਨੂੰ ਪੈਂਡਿੰਗ ਕੀਤਾ ਔਰ ਫਾਈਨਾਂਸ ਦੀ ਕਾਫੀ ਸਾਰੀ ਐਪਲੀਕੇਸ਼ਨਾਂ ਕਲੀਅਰ ਕੀਤੀਆਂ ਨੇ। ਫਾਈਨਾਂਸ ਦੇ ਵਿੱਚ ਹੁਣ ਹਜ਼ਾਰਾਂ ਦੀ ਤਾਦਾਦ ਵਿੱਚ ਐਪਲੀਕੇਸ਼ਨਾਂ ਨੂੰ ਉਹਨਾਂ ਨੇ ਛਾਂਟੀ ਕਰਕੇ ਕਲੀਅਰ ਕਰਤਾ। ਅਪਡੇਟ ਨਾ ਆਉਣ ਦੀ ਇੱਕ ਵਜ੍ਹਾ ਸਿਸਟਮ ਦੀ ਖਰਾਬੀ ਵੀ ਹੈ। ਸਿਸਟਮ ਡਾਊਨ ਹੋਇਆ ਹੈ, ਸਿਸਟਮ ਠੀਕ ਕੀਤਾ ਜਾ ਰਿਹਾ। ਇਨਸ਼ਾਅੱਲਾ 15 ਤੋਂ 20 ਦਿਨ ਤੁਹਾਡੀ ਅਪਡੇਟ ਆ ਜਾਏਗੀ, ਇਹ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਵਾਂ। ਲੇਕਿਨ ਜਿਨ੍ਹਾਂ ਦੇ 3 ਟਿਕ ਹੋਏ ਨੇ ਔਰ ਤਕਰੀਬਨ 20 ਤੋਂ 25 ਦਿਨ ਉਹਨਾਂ ਨੂੰ 3 ਟਿਕ ਹੋਏ ਨੂੰ ਹੋ ਚੁੱਕੇ ਨੇ, ਉਹ ਹੈਲਪਲਾਈਨ ਦੇ ਕਾਲ ਕਰਕੇ ਬੈਂਕ ਆਫ ਪੰਜਾਬ ਦੀ ਉੱਥੇ ਆਪਣਾ ਸਟੇਟਸ ਪੁੱਛ ਸਕਦੇ ਨੇ। ਅਗਰ ਉਹਨਾਂ ਦਾ ਡਾਟਾ ਉਹਨਾਂ ਕੋਲ ਪਹੁੰਚ ਗਿਆ ਤਾਂ ਉਹ ਤੁਹਾਨੂੰ ਤੁਹਾਡਾ ਸਟੇਟਸ ਦੱਸ ਦੇਣਗੇ। ਹੈਲਪਲਾਈਨ ਦੇ ਜਦੋਂ ਤੁਸੀਂ ਕਾਲ ਕਰਦੇ ਹੋ ਉੱਥੇ 2 ਕਾਮਨ ਜੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ। ਮਸਲਨ ਇੱਕ ਕਹਿੰਦੇ ਨੇ ਕਿ ਤੁਹਾਡੇ ਕੋਲ ਜਿਸ ਟਾਈਮ ID ਕਾਰਡ ਤੁਹਾਡਾ ਪੁੱਛ ਕੇ ਆਪਣੇ ਸਿਸਟਮ 'ਚ ਸਬਮਿਟ ਕਰ ਦੇਣਾ, ਤੁਹਾਨੂੰ ਕਹਿ ਦਿੰਦਾ ਨੁਮਾਇੰਦਾ ਕਿ ਤੁਹਾਡਾ ਡਾਟਾ ਸ਼ੋ ਨਹੀਂ ਹੋ ਰਿਹਾ। ਉਹੀ ਬੰਦਾ ਦੁਬਾਰਾ 10 ਮਿੰਟ ਬਾਅਦ ਦੁਬਾਰਾ ਕਾਲ ਕਰੇ, ਦੂਸਰਾ ਨੁਮਾਇੰਦਾ ਕਾਲ ਚੁੱਕੇ ਤੇ ਉਹਨੂੰ ID ਕਾਰਡ ਨੰਬਰ ਦੱਸਦਾ ਤੇ ਉਹ ਕਹਿੰਦਾ ਜੀ ਤੁਸੀਂ ਅੰਡਰ ਪ੍ਰੋਸੈਸ ਹੋ। ਇਹਨਾਂ ਦੋਵਾਂ ਗੱਲਾਂ ਦਾ ਇੱਕ ਹੀ ਮਤਲਬ ਆ ਤਕਰੀਬਨ, ਡਾਟਾ ਸ਼ੋ ਨਾ ਹੋਣ ਵਾਲਾ ਜਾਂ ਅੰਡਰ ਪ੍ਰੋਸੈਸ ਹੋਣਾ। ਇਹ ਚੀਜ਼ਾਂ ਤੁਹਾਡੇ ਜ਼ਿਹਨ 'ਚ ਹੋਣਗੀਆਂ ਕਿ ਅਲੱਗ-ਅਲੱਗ ਨੇ, ਲੇਕਿਨ ਇਹਨਾਂ ਦੋਵਾਂ ਦਾ ਇੱਕ ਹੀ ਮਤਲਬ ਆ। ਇੱਕ ਬੰਦਾ ਤੁਹਾਨੂੰ ਕਹਿ ਦਿੰਦਾ ਜੀ ਡਾਟਾ ਸ਼ੋ ਨਹੀਂ ਹੋ ਰਿਹਾ, ਦੂਜਾ ਬੰਦਾ ਤੁਹਾਨੂੰ ਜ਼ਰਾ ਪੜ੍ਹੀ ਲਿਖੀ ਜ਼ਬਾਨ 'ਚ ਕਹਿ ਦਿੰਦਾ ਜੀ ਤੁਸੀਂ ਅੰਡਰ ਪ੍ਰੋਸੈਸ ਹੋ, ਜੇ ਤੁਹਾਡੇ ਕੋਲ ਡਾਟਾ ਪਹੁੰਚਣਾ ਉਹ ਅੰਡਰ ਪ੍ਰੋਸੈਸ ਇਸ ਚੀਜ਼ ਨੂੰ ਸਮਝਦੇ ਨੇ। ਵੈਸੇ ਜਦੋਂ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਅੰਡਰ ਪ੍ਰੋਸੈਸ ਹੋ, ਤੁਸੀਂ ਇੱਕ ਦਫਾ ਕਲੀਅਰ ਕਰ ਲਿਆ ਕਰੋ ਕਿ ਅੰਡਰ ਪ੍ਰੋਸੈਸ ਦਾ ਕੀ ਮਤਲਬ ਹੈ। ਕਿ ਸਾਡਾ ਡਾਟਾ ਤੁਹਾਡੇ ਕੋਲ ਸ਼ੋ ਨਹੀਂ ਹੋ ਰਿਹਾ ਜਾਂ ਸ਼ੋ ਹੋ ਚੁੱਕਿਆ ਡਾਟਾ, ਤੁਸੀਂ ਉਹਦੇ 'ਤੇ ਵਰਕ ਕਰ ਰਹੇ ਹੋ, ਹਜੇ ਉਹਨੂੰ ਕਲੀਅਰ ਨਹੀਂ ਕੀਤਾ, ਉਹ ਤੁਹਾਨੂੰ ਕਲੀਅਰ ਕਰ ਦੇਣਗੇ। ਮੈਂ ਆਪਣੀ ਤੌਰ 'ਤੇ ਇਸ ਚੀਜ਼ ਨੂੰ 2-3 ਦਫਾ ਕਲੀਅਰ ਕਰ ਚੁੱਕਿਆ ਵਾਂ। ਉਹਨਾਂ ਨੇ ਮੈਨੂੰ ਇਹੀ ਦੱਸਿਆ ਜਿਹਨੂੰ ਅਸੀਂ ਅੰਡਰ ਪ੍ਰੋਸੈਸ ਕਹਿੰਦੇ ਆ,
ਉਹਦਾ ਵੀ ਇਹੀ ਮਤਲਬ ਹੈ ਕਿ ਸਾਡੇ ਕੋਲ ਡਾਟਾ ਸ਼ੋ ਨਹੀਂ ਹੋ ਰਿਹਾ। तमाम ਦੋਸਤਾਂ ਦੇ ਬਹੁਤ ਸਾਰੇ ਕਮੈਂਟ ਸੈਕਸ਼ਨ 'ਚ ਸਵਾਲ ਆਏ ਹੋਏ ਨੇ ਪਿਛਲੀ ਵੀਡੀਓ ਤੇ ਉਹਨਾਂ ਦਾ ਇਸ ਵੀਡੀਓ 'ਚ ਜਵਾਬ ਦੇਣਾ ਮੁਮਕਿਨ ਨਹੀਂ ਹੈ, ਲੇਕਿਨ ਉਹਦੇ ਲਈ ਇੱਕ ਅਲੱਗਾ ਵੀਡੀਓ ਬਣਾ ਦਿਆਂਗਾ। ਤੇ ਦੂਸਰਾ ਇੱਕ ਨਵਾਂ ਸਿਲਸਿਲਾ ਸ਼ੁਰੂ ਕਰ ਰਹੇ ਹਾਂ, ਉਹਦੇ 'ਚ ਅਸੀਂ ਲਾਈਵ ਆਵਾਂਗੇ। ਮੇਰੇ WhatsApp ਗਰੁੱਪ ਦੇ ਜਿਹੜੇ ਸੀਨੀਅਰ ਮੈਂਬਰ ਨੇ, ਜਿਹੜੇ ਕਾਫੀ ਮਾਲੂਮਾਤ ਰੱਖਦੇ ਨੇ, ਉਹ ਮੇਰੇ ਨਾਲ ਹੋਇਆ ਕਰਨਗੇ। ਇੱਕ ਮੈਂਬਰ ਇੱਕ ਵੀਡੀਓ ਨਾਲ ਹੋਏਗਾ। ਤੇ ਅਗਰ ਮੇਰੇ ਵਿਊਅਰਸ ਵਿੱਚ ਵੀ ਕੋਈ ਨਾਲ ਆਉਣਾ ਚਾਹੇ ਉਹ ਵੀ ਰਾਬਤਾ ਕਰ ਸਕਦਾ। ਇਨਸ਼ਾਅੱਲਾ ਮੈਂ ਉਹਨੂੰ ਵੀ ਆਪਣੇ ਨਾਲ ਲਾਈਵ ਲਾਂਗਾ। ਤੇ ਇਨਸ਼ਾਅੱਲਾ ਇਹ ਸਿਸਟਮ ਸਾਡਾ ਸ਼ੁਰੂ ਹੋ ਜਾਏਗਾ 1-2 ਦਿਨਾਂ ਦੇ ਵਿੱਚ। ਤੁਸੀਂ ਉਹ ਲਾਈਵ ਸਾਡੇ ਨੂੰ ਲਾਜ਼ਮੀ ਜੁਆਇਨ ਕਰਿਆ ਕਰਿਓ, ਔਰ ਜਿਹੜਾ ਵੀ ਤੁਹਾਡਾ ਸਵਾਲ ਹੋਏਗਾ ਇਨਸ਼ਾਅੱਲਾ ਉਹਦਾ ਲਾਈਵ ਜਵਾਬ ਦੇਵਾਂਗੇ ਅਸੀਂ। ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਿਆ ਕਰੋ। ਅੱਲਾ ਹਾਫਿਜ਼, ਫੀ ਅਮਾਨ ਅੱਲਾ, ਪਾਕਿਸਤਾਨ।